ਉੱਥੇ ਕਰੋ। ਸਾਡੇ ਪੰਜਾਬ ਦੇ ਵਿੱਚ ਜਦ ਪੰਜਾਬ ਗਵਰਨਮੈਂਟ ਹੀ ਤੁਹਾਡੇ ਨਾਲ ਹੈ, ਉਰੇ ਸਾਡੀਆਂ ਸੜਕਾਂ ਰੋਕਣ ਦਾ ਕਿਆ ਇਹਨਾਂ ਨੂੰ ਲਾਭ ਹੋਏਗਾ? ਅਗਰ ਤੁਸੀਂ ਕੋਈ ਆਪਣਾ ਇੰਪੈਕਟ ਦੇਣਾ ਹੈ ਔਰ ਅਸੀਂ ਤੁਹਾਡੇ ਨਾਲ ਹੈ ਇਸ ਇੰਪੈਕਟ ਦੇ ਵਿੱਚ, ਤਾਂ ਚਲੋ ਦਿੱਲੀ। ਆਰਡੀਨੈਂਸ ਲਿਆਉਣ ਜਦੋਂ ਲਿਆਂਦਾ ਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ। ਮੈਂ ਹੈਰਾਨ ਹਾਂ ਕਿ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਅੱਜ ਕਹਿ ਰਹੇ ਨੇ ਕਿ ਅਸੀਂ ਇਸ ਬਿੱਲ ਦੇ ਖਿਲਾਫ ਹਾਂ। ਸਰ ਪੰਜਾਬ ਦੇ ਵਿੱਚ ਇਹ ਬਿੱਲ ਦੀ ਸਪੋਰਟ ਕਰਦੇ ਆ। ਬਾਦਲ ਦੇ ਕੈਪਟਨ ਮੁਰਦਾਬਾਦ। ਖੇਤੀ ਆਰਡੀਨੈਂਸ ਨਹੀਂ ਚਲੇਗਾ। ਅਗਰ ਅੱਜ ਉਹਦੇ ਐਮਪੀ ਜਾ ਕੇ ਇਹਦੇ ਹੱਕ 'ਚ ਵੋਟ ਪਾਉਂਦੇ ਆਰਡੀਨੈਂਸ ਦੇ ਵਿੱਚ, ਫਿਰ ਅਸੀਂ ਦੇਖਾਂਗੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਹਦਾ ਹੈ। ਬੀਜੇਪੀ ਦੇ ਅਸੀਂ ਪੈਰ ਨਹੀਂ ਲੱਗਣ ਦੇਵਾਂਗੇ ਪੰਜਾਬ ਦੇ ਵਿੱਚ। ਕੱਲ ਸੁਖਬੀਰ ਬਾਦਲ ਜਾ ਕੇ ਉੱਥੇ ਕੁਝ ਕਹਿੰਦਾ, ਇੱਥੇ ਕੀ ਕੀਤਾ ਸੀ ਇਹਨਾਂ ਨੇ ਵਿਧਾਨ ਸਭਾ 'ਚ? ਕਿਉਂਕਿ ਕਿਸਾਨ ਹੋਣ ਦੇ ਨਾਤੇ 24 ਘੰਟੇ ਕਿਸਾਨੀ ਖੇਤੀ ਕਰਦੇ ਆ। ਸਾਨੂੰ ਪਤਾ ਹੈ ਕਿ ਕਿਸਾਨ ਨੂੰ ਮੰਡੀ 'ਚ ਕੀ ਤਕਲੀਫ ਆਉਂਦੀ ਹੈ। ਇਹ ਇੱਥੇ ਆ ਕੇ ਵੋਟਿੰਗ ਜਿਹੜੀ ਹੈ ਉਹ ਵਿਰੋਧ ਕਰ ਦਿੰਦੇ ਆ, ਹੱਕ 'ਚ ਕਰ ਦਿੰਦੇ ਆ, ਉੱਥੇ ਜਾ ਕੇ ਉਲਟੇ ਹੋ ਜਾਂਦੇ ਆ। ਐਨਆਰਸੀ ਦੇ ਹੱਕ 'ਚ ਵੋਟਿੰਗ ਕੀਤੀ, ਉੱਥੇ ਜਾ ਕੇ ਵਿਰੋਧ ਕੀਤਾ। ਹੁਣ ਇੱਥੇ ਇਸ ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ ਤੇ ਨਾਲੇ ਮਿਨਿਸਟਰੀ ਵੀ ਇੰਜੋਏ ਕਰ ਰਹੇ ਨੇ। ਭਾਰਤ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਰੋਹ ਭਰਪੂਰ ਨਾਅਰੇ ਗੂੰਜ ਰਹੇ ਨੇ। ਸੰਸਦ ਦੇ ਮੌਨਸੂਨ ਇਜਲਾਸ ਦੇ ਵਿੱਚ ਪੇਸ਼ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਨੇ ਸੜਕਾਂ ਦੇ ਉੱਤੇ ਉਤਰ ਕੇ ਰੱਦ ਕਰ ਦਿੱਤਾ ਹੈ। ਦਰਜਨਾਂ ਕਿਸਾਨੀ ਧਿਰਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਾ ਕੇ ਆਵਾਜਾਈ ਠੱਪ ਕੀਤੀ ਹੈ। ਕਈ ਦਰਿਆਈ ਪੁਲਾਂ ਨੂੰ ਵੀ ਰੋਕਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਪੰਜਾਬ ਦੇ ਵਿੱਚ ਆਵਾਜਾਈ ਠੱਪ ਕਰਨ ਦਾ ਕੋਈ ਫਾਇਦਾ ਨਹੀਂ, ਚਲੋ ਦਿੱਲੀ ਚਲੀਏ। ਮੁੱਖ ਮੰਤਰੀ ਨੇ ਕਿਹਾ ਹੈ ਕਿ ਆਰਡੀਨੈਂਸਾਂ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਰੋਹ ਹੋਰ ਭਖੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਵਿਧਾਇਕਾਂ ਦੇ ਸਣੇ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲੇ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਪੰਜਾਬ ਇਹਨਾਂ ਆਰਡੀਨੈਂਸਾਂ ਦਾ ਹਮੇਸ਼ਾ ਵਿਰੋਧ ਕਰਦੀ ਰਹੇਗੀ ਜੋ ਕਿ ਸਾਡੇ ਕਿਸਾਨਾਂ ਤੇ ਖੇਤੀਬਾੜੀ ਲਈ ਖਤਰਨਾਕ ਨੇ। ਉਹਨਾਂ ਕਿਹਾ ਕਿ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਤੋਂ ਕੋਈ ਸਲਾਹ ਨਹੀਂ ਲਈ। ਕਿ ਜਦੋਂ ਦੇਖ ਰਹੇ ਨੇ ਕਿ ਮੇਰੇ ਬੱਚਿਆਂ ਦਾ ਢਿੱਡ ਖਾਲੀ ਰਹੂਗਾ ਤਾਂ ਫਿਰ ਕੀ ਕਰਨਗੇ ਦੱਸੋ? ਦੈਟ ਇਜ਼ ਵਾਈ ਦੇ ਆਰ ਡੂਇੰਗ ਇਟ। ਕਿਹੜਾ ਕਾਨੂੰਨ ਤੋੜਨਾ ਚਾਹੁੰਦਾ ਹੈ? ਪਰ ਇਹ ਆਵਾਜ਼ ਉਹਨਾਂ ਦੀ ਇੰਨੀ ਉੱਠ ਰਹੀ ਹੈ ਕਿਉਂਕਿ ਇਸ ਦੇ ਨਾਲ ਇਹੀ ਹੋਏਗਾ। ਜਿਸ ਦਿਨ ਅਸੈਂਬਲੀ 'ਚ ਉਹ ਚੱਲ ਰਿਹਾ ਸੀ ਆਪਣੀ ਬਹਿਸ ਔਨ ਦਿਸ ਇਸ਼ੂ, ਉਦੋਂ ਹੁਸ਼ਿਆਰਪੁਰ ਦੀ ਮੰਡੀ 'ਚ ਉਸ ਦਿਨ ਸਵੇਰੇ 1700 ਰੁਪਏ ਕੁਇੰਟਲ ਹੋਣੀ ਚਾਹੀਦੀ ਸੀ ਮੱਕੀ, ਔਰ 600 ਰੁਪਏ 'ਚ ਗਈ। ਦਿਸ ਇਜ਼ ਗੋਇੰਗ ਟੂ ਹੈਪਨ। ਕਣਕ 'ਚ ਵੀ ਹੋਊ, ਝੋਨੇ 'ਚ ਵੀ ਹੋਊ। ਜਦੋਂ FCI ਚਲੀ ਜਾਊ ਔਰ ਜਦ MSP ਜਾਊਗਾ, ਤੁਸੀਂ ਪੰਜਾਬ ਕੀ ਸਾਰੇ ਹਿੰਦੁਸਤਾਨ ਦੀ ਕਿਸਾਨੀ ਡੋਬ ਦੋਗੇ। ਔਰ ਪੰਜਾਬ ਵੀ ਆਰ ਐ ਬਾਰਡਰ ਸਟੇਟ। ਸਾਡਾ ਤੁਸੀਂ ਇੱਥੇ ਹੋਰ ਕੋਈ ਕੌੜਾ ਬੀਜ ਬੋਲ ਕੇ ਜਾਓਗੇ। ਬਸ ਸਾਡਾ ਹੁਣ ਰੁਖ ਹੋਈ ਹੈ। ਜੇ ਤੁਹਾਨੂੰ ਦੱਸਿਆ ਅੱਜ ਸਾਰੇ ਅਸੀਂ ਗਵਰਨਰ ਨੂੰ ਵੀ ਦੱਸ ਕੇ ਆਏ, ਅਸੈਂਬਲੀ 'ਚ ਵੀ ਕਰਤਾ, ਸਾਰੇ ਕਿਤੇ ਦੁਨੀਆ ਤਾਂ ਜਾਣਦੀ ਹੈ ਕਿ ਕਾਂਗਰਸ ਕਿੱਥੇ ਖੜੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਦਿੱਲੀ ਜਾਮ ਕਰਨ ਦਾ ਹੋਕਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਕਰਨ ਦਾ ਕੋਈ ਫਾਇਦਾ ਨਹੀਂ, ਆਓ ਦਿੱਲੀ ਚੱਲਦੇ ਹਾਂ, ਅਸੀਂ ਤੁਹਾਡੇ ਨਾਲ ਹਾਂ। ਮੈਂ ਅਫਕੋਰਸ ਅਪੀਲ ਕਰਦਾ ਕਿਉਂਕਿ ਅਸੀਂ ਤਾਂ ਉਹਨਾਂ ਦੇ ਨਾਲ ਹੈ। ਅਗਰ ਤੁਸੀਂ ਇਹ ਕੋਈ ਸੜਕਾਂ ਰੋਕਣੀਆਂ ਨੇ ਜਾਂ ਕੋਈ ਪੁਲ ਰੋਕਣੇ ਨੇ ਤਾਂ ਚਲੋ ਦਿੱਲੀ, ਅਸੀਂ ਚੱਲਦੇ ਹਾਂ ਤੁਹਾਡੇ ਨਾਲ। ਉੱਥੇ ਕਰੋ। ਸਾਡੇ ਪੰਜਾਬ ਦੇ ਵਿੱਚ ਜਦ ਪੰਜਾਬ ਗਵਰਨਮੈਂਟ ਹੀ ਤੁਹਾਡੇ ਨਾਲ ਹੈ, ਉਰੇ ਸਾਡੀਆਂ ਸੜਕਾਂ ਰੋਕਣ ਦਾ ਕਿਆ ਇਹਨਾਂ ਨੂੰ ਲਾਭ ਹੋਏਗਾ? ਅਗਰ ਤੁਸੀਂ ਕੋਈ ਆਪਣਾ ਇੰਪੈਕਟ ਦੇਣਾ ਹੈ ਔਰ ਅਸੀਂ ਤੁਹਾਡੇ ਨਾਲ ਹੈ ਇਸ ਇੰਪੈਕਟ ਦੇ ਵਿੱਚ, ਤਾਂ ਚਲੋ ਦਿੱਲੀ। ਅਗਰ ਕੋਈ 2 ਫੀਤੀ ਵਾਲਾ ਉੱਥੇ ਚਲਾ ਜਾਏ ਔਰ ਉੱਥੇ ਕੋਈ ਦੇਖ ਲੇ ਕਿ 144 ਦਾ ਹੁਕਮ ਹੈ ਤਾਂ ਫਿਰ ਕੀ ਕਰੂਗਾ? ਲੇਕਿਨ ਆਈ ਵਿਲ ਸੀ ਦੈਟ ਨੋ ਕੋਈ ਪਰਚੇ ਨਹੀਂ ਇਹਦੇ ਤੇ ਹੋਣਗੇ। ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਬਿੰਨੇ। ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਆਰਡੀਨੈਂਸਾਂ ਦੇ ਉੱਤੇ ਅਕਾਲੀ ਦਲ ਦਾ ਕੀ ਰਵੱਈਆ ਸੀ ਇਹ ਸਭ ਨੂੰ ਪਤਾ ਹੈ। ਹੁਣ ਸੁਖਬੀਰ ਸਿੰਘ ਬਾਦਲ ਦਿੱਲੀ ਪਾਰਲੀਮੈਂਟ ਦੇ ਵਿੱਚ ਗੁੰਮਰਾਹ ਕਰ ਰਹੇ ਨੇ।
ਸਾਰਿਆਂ ਨੇ ਵਾਕਆਊਟ ਕਰਤਾ ਸੀ ਔਨ ਦਿਸ ਇਸ਼ੂ। ਅਸੀਂ ਅਪੋਜ਼ ਕਰਕੇ ਵੀ ਅਪੋਜ਼ਡ ਇਟ ਐਂਡ ਵੀ ਵਾਕਡ ਆਊਟ। ਸੁਖਬੀਰ ਬਾਦਲ ਦਾ ਵਾਈ ਡਿਡਨਟ ਹਿਸ ਵਾਈਫ, ਦੇਖੋ ਜਦੋਂ ਤੁਹਾਡਾ ਕੈਬਨਿਟ ਦਿਸ ਕਾਉਂਸਲ ਆਫ ਮਿਨਿਸਟਰਸ ਮੀਟ ਕਰਦੀ ਹੈ, ਇਜ਼ ਸ਼ੀ ਅ ਮੈਂਬਰ অর ਨਾਟ? ਜਿਹੜੇ ਮੈਂਬਰ ਜਿਹੜੇ ਕਾਉਂਸਲ ਆਫ ਮਿਨਿਸਟਰ ਨੇ ਫੈਸਲਾ ਕੀਤਾ ਕਿ ਆਰਡੀਨੈਂਸ ਪਾਸ ਕਰਨੇ ਨੇ, ਹੋਇਆ ਜਾਂ ਨਹੀਂ ਹੋਇਆ? अगर उत्थे से तां क्यों नहीं बोले? अगर नहीं उत्थे से तो बाद च प्रोटेस्ट क्यों नहीं किया? हैज़ शी एट एनी स्टेज कुछ उन्होंने गल की है? कल सुखबीर बादल जाके उत्थे कुछ कहना है, इत्थे की कीता सी इन्हां ने विधान सभा च। सो ये ड्रामेबाजी बड़ी देर नहीं चलती, लोग सारे इन्हां नूं पछाण गए ने। दिस इज़ ओनली ट्राइंग टू अपनी हुण सारे उन्होंने पार्टी वाले ने उन्होंने चंगी तरह घूरिया तो अपना मूँह फेस सेविंग जिन्हों कहते हैं वो करने की कोशिश कर रहे हैं, बस और कुछ नहीं। ਬੀਤੇ ਦਿਨੀ ਖੇਤੀ ਨਾਲ ਸੰਬੰਧਿਤ ਤਿੰਨਾਂ ਆਰਡੀਨੈਂਸਾਂ ਦੇ ਵਿੱਚੋਂ ਲਾਜ਼ਮੀ ਵਸਤੂ ਸੋਧ ਐਕਟ ਨੂੰ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਇਸ ਬਿੱਲ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣਗੇ। ਦੂਜੇ ਪਾਸੇ ਲੱਗਦਾ ਹੈ ਕਿ ਹੁਣ ਕਿਸਾਨਾਂ ਦੇ ਰੋਹ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵੀ ਭਾਂਪ ਗਏ ਨੇ। ਇਸੇ ਕਰਕੇ ਹੀ ਪਾਰਲੀਮੈਂਟ ਦੇ ਵਿੱਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸੁਖਬੀਰ ਬਾਦਲ ਦੇ ਸੁਰ ਬਦਲੇ ਬਦਲੇ ਸੁਣਾਈ ਦਿੱਤੇ। क्योंकि जो मंडी सिस्टम जो सिस्टम पंजाब च बनया, हरियाणे च बनया, वो जा सिस्टम किते हिंदुस्तान च नहीं है। सो दूजे सूबियां च इहदा असर होए या ना होए मैं नहीं कह सकता, पर जो पंजाब के किसानां दी भावना है वो चाहते हैं कि साडी जो आशंकाएं हैं, साडे जिहड़े क्वेश्चन है वो आंसर मिले, पर अफसोस ना कहना पैंदा कि आंसर नहीं मिले। ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਹੁਣ ਤੱਕ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਦੇ ਆਏ ਨੇ ਤੇ ਵਾਰ-ਵਾਰ ਇਹ ਕਹਿੰਦੇ ਆਏ ਨੇ ਕਿ ਜੀ ਮੈਨੂੰ ਤਾਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਹਨਾਂ ਆਰਡੀਨੈਂਸਾਂ ਦੇ ਨਾਲ ਕਿਸਾਨਾਂ ਨਾਲ ਧੱਕਾ ਨਹੀਂ ਹੋਵੇਗਾ, ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਪਰ ਹੁਣ ਅਚਾਨਕ ਸੁਖਬੀਰ ਬਾਦਲ ਨੇ ਆਪਣੇ ਬਿਆਨਾਂ ਤੋਂ ਪਲਟੀ ਮਾਰ ਲਈ ਹੈ ਤੇ ਹੁਣ ਉਹ ਭਾਜਪਾ ਦੇ ਉੱਤੇ ਹੀ ਸਵਾਲ ਖੜੇ ਕਰ ਰਹੇ ਨੇ। ਆ ਜਿਹੜੇ ਆਰਡੀਨੈਂਸ ਆਏ ਹੈ, ਪਹਿਲੀ ਗੱਲ ਆਰਡੀਨੈਂਸ ਲਿਆਉਣ ਤੋਂ ਪਹਿਲੇ ਆਪਾਂ ਨੂੰ ਖਾਸ ਕਰਕੇ ਸਰਕਾਰ ਨੂੰ ਜਿਹੜੇ ਕਿਸਾਨ ਪੱਖੀ ਜਥੇਬੰਦੀਆਂ, ਕਿਸਾਨ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਕਿਸਾਨਾਂ ਦੀ ਗਰੀਬ ਦੀ ਮਜ਼ਦੂਰ ਦੀ ਪਾਰਟੀ ਹੈ, ਇਹ ਜਿਹੀਆਂ ਪਾਰਟੀਆਂ ਨੂੰ ਕੰਸਲਟ ਕਰਨ ਦੀ ਲੋੜ ਸੀ। मैं अज कहना चाहना, स्पष्ट कहना चाहना, ऑर्डीनेंस लियाउण जो लिआंदा गया श्रोमणी अकाली दल नूं नहीं पूछा गया कि इस ऑर्डीनेंस विच की है, ऑर्डीनेंस विच की है तो की लियाउणा है। जो ऑर्डीनेंस लिआंदा गया कैबिनेट विच, उदों जिहड़े साडे रिप्रजेंटेटिव है कैबिनेट उन्होंने जरूर गल कीती सी कैबिनेट कि ऑर्डीनेंस लिया रहे हो, पर इहदे विच ऑर्डीनेंस विच कई इहो जिहे शंके है जो पंजाब के किसान या आम किसानों के मन च है। सो जिन्ना तक आ शंके दूर नहीं होंदे आपां नूं ऑर्डीनेंस नूं डिले करना चाहिए। खेती आर्ਡੀਨੈਂਸਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਭਾਈਵਾਲਾਂ ਭਾਜਪਾ ਨੂੰ ਰਗੜੇ ਲਾਣੇ ਸ਼ੁਰੂ ਕਿਉਂ ਕਰ ਦਿੱਤੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਕੀ ਕਹਿੰਦੇ ਨੇ ਸੁਖਬੀਰ ਬਾਦਲ, ਤੁਸੀਂ ਖੁਦ ਹੀ ਸੁਣ ਲਓ। पर जो ऑर्डीनेंस पास करता कैबिनेट ने, पिछले 2 महीने लगातार असी किसानां नाल गल कीती, व्यापारियों नाल गल कीती, आड़तियां नाल गल कीती, उन्हां दे जो शंके सी उन्हां बारे मैं कुछ पता करने की गल कीती, क्योंकि सानूं आप पता सी, क्योंकि किसान होने के नाते 24 घंटे किसानी खेती करते हैं। सानूं पता है कि किसान नूं मंडी च की तकलीफ आउंदी है, किसान नूं MSP की की तकलीफ है, किसान नूं प्रोक्योरमेंट की तकलीफ है। तो तुसीं देखिया होना अज जे पंजाब पूरे देश नूं अन्न दिंदा है, इहदा वड्डा कारण है क्योंकि पंजाब दी स्टेट ने भावें साडा 2% लैंड एरिया, असी अज भी 50% जिहड़ी देश की वीट की रिक्वायरमेंट है, कणक की रिक्वायरमेंट है, पंजाब स्टेट पैदा करके दिंदा है। असी घट तो घट 40-45% जिहड़ी राइस की रिक्वायरमेंट है वो पंजाब पैदा करके दिंदा है। सो जिहड़ी आ जिहड़ी रिक्वायर सानू पता है, क्योंकि इस ऑर्डीनेंस दे तिन्ने ऑर्डीनेंस दे सब तो वध असर जे है वो पंजाबियां ते पंजाब किसान ते है।
बेशक सुखबीर बादल ने पार्लीमेंट दे विच मौका प्रस्ती की खेड खेडी, पर आम आदमी पार्टी के संसद मैंबर भगवंत मान ने सुखबीर की दाल गलन ना दी। मान ने सुखबीर उत्ते अजे तिखे निशाने विन्ने कि सुखबीर बादल हक्के बक्के रह गए। सर इस बिल का आम आदमी पार्टी सख्त विरोध करती है। ये बिल घट है, ये लाइसेंस है स्टॉक होल्डर्स नूं काला बाजारी जिहड़ी करते ने उन्हां लई लाइसेंस है ये। और मैं हैरान हाँ कि किसानां दा मसीहा कहाउण वाली अकाली दल पार्टी के प्रधान अज कह रहे हैं कि असी इस बिल के खिलाफ हाँ। सर पंजाब दे विच बिल की सपोर्ट करते हैं, ये इत्थे आके वोटिंग जिहड़ी है वो विरोध कर देंगे है, हक च कर देंगे, उत्थे जाके उल्टे हो जाते हैं। NRC के हक च वोटिंग की, उत्थे जाके विरोध किया। हुण इत्थे इस ऑर्डीनेंस का विरोध कर रहे हैं ते नाले मिनिस्ट्री भी इंजॉय कर रहे हैं। एक मिनिस्ट्री की कुर्बानी, मिनिस्ट्री के अस्तीफा देने भी कुर्बानी कहते हैं, तो हुण कहते असीं बिल पढ़िया नहीं सी। ये बिल पता नहीं किवें हुण किसान विरोधी हो गया। हुण तक नरेंद्र तोमर जी को लेकर चंडीगढ़ गए, उनसे बयान दिलवाया इन्होंने कि ये तो बहुत अच्छा बिल है। अभी कुछ दिन पहले चिट्ठी जारी की, बहुत अच्छा बिल है, कमाल का फैसला है, क्योंकि इससे किसानों को बहुत फायदा होगा, क्रांतिकारी बिल है। सर पूंजीपतियों को फायदा होगा, वो स्टॉक होल्डर जिहड़े ने मन मर्जी करनगे। सर मैं कॉमर्स का विद्यार्थी रहा। सर इकोनॉमिक्स का रूल है मोर सप्लाई लेस डिमांड, लेस सप्लाई मोर डिमांड। सर जब सप्लाई और डिमांड जब हम उनके हाथ में दे देंगे, प्राइवेट प्लेयर्स के हाथ में, तो महंगाई को ऐसे कंट्रोल करेंगे। जब मर्जी जिस मर्जी चीज की सप्लाई कम करके वो महंगाई बढ़ाएंगे। और सर फूड ग्रेन हमेशा से जरूरी वस्तुओं की लिस्ट में रहा है, और सब कुछ बेच दो, एयरपोर्ट बेच दो, रेलवे बेच दो, आप भेल बेच दो, बैंकें बेच दो, सिर्फ किसान रह गया था, किसान भी बेच दिया इन्होंने। और किसान पंजाब में भी अभी सड़कों पर है। जमीन को मां कहा जाता है सर, किसान अपनी मां को बचाने के लिए आज सड़कों पर है। और इस बिल का विरोध करता हूं, और इस बिल को वापस करना होगा। और इस बिल उधर कांग्रेस के वलों इन्हां खेती आर्डीनेंसां दा डट के विरोध किया जा रहा है। पंजाब के मुख्य मंत्री कैप्टन अमरिंदर सिंह इन्हां आर्डीनेंसां नूं किसान मारू दस रहे ने। जदों थोड़ी कोई MSP नहीं होनी, जदों कोई एजेंसी नहीं होनी फूड कॉरपोरेशन इनू संभालने वास्ते, फिर प्राइसिस फॉल करनगियां। फिर जिहड़ा 2 किले का मालिक है वो अपने बच्चों को कैसे रोटी खवाओ, तो उहदे ते निर्भर ने वो लोग जिहड़े पिंडां दे विच वसदे ने, जिन्हां दे कोल कोई ज़मीन भी नहीं, वो किसानी ते निर्भर ने, उन्हां दा की होऊगा। ये सारियां इशूज़ नूं सोच के इस गवर्नमेंट नूं करना चाहिदा सी फैसला, लेकिन फॉर सम रीजन और दी अदर इन्हां दी सोच किते हो रहा है। उत्थे ही कांग्रेस के राज सभा मैंबर प्रताप सिंह बाजवा ने भी इन्हां आर्डीनेंसां दे विरुद्ध मोर्चा खोलिया होया है। श्रोमणी अकाली दल जिहड़ा बड़ा लंबे अरसे तो चैंपीयन बनदा सी किसानां दे कॉज वास्ते, उहदा रोल की हुंदा। मेरी अज विशेष अपील है कि वेखो, पहले तुसी एक वड्डी गलती की सा। प्रकाश सिंह बादल जिहड़े अकाली दल के बड़े दिग्गज लीडर ने, 5 दफा मुख मंत्री रहे ने, उन्हां कोलों ऑर्डीनेंसेस के हक दे विच तुसी एक अपील करवाई। उस तो बाद 2 दिन बाद तुहाडी कोर कमेटी ने जदों महसूस किया कि पंजाब के इंटरस्ट के खिलाफ ये चीज़ है, किसानां दे इंटरस्ट के खिलाफ है, हमेशा वास्ते किसानी का लक टुट जाएगा, तुसी इक्को दम यू टर्न लिया। चंगा कीता तुसी यू टर्न लिया। मैं तुहानूं बेनती करांगा, जे तुसी सही मैने दे विच किसानां दी पिठ पिछे आके खलोना ते बाकी सारियां सियासी पार्टियां का साथ दे के असीं ये जिहड़ी ऑर्डीनेंसेस गवर्नमेंट लैके आ रही है, जिहड़ी किसान विरोधी ने, उन्हां नूं असीं रिजेक्ट करना। जे सेंटर की सरकार ते तुसी प्रेशर पाना है, मैं अज सरदारनी हरसिमरत कौर बादल नूं अपील करूंगा कि कुर्सियां जिहड़ियां लोकां दियां दित्तियां होंदियां, असीं अपने लोकां दे इंटरस्ट दे उत्ते कोई काम नहीं कर सकते। सो मैं गुजारिश करांगा, अज टाइम आया, ये तुहाडे टेस्ट का टाइम है। तुसी अज नरेंद्र मोदी जी की सरकार तो अस्तीफा दो, तुसी पासे हटो, कुर्सी तो पासे हो के तुसी बाकी किसान जथेबंदियां दा ते सारी सियासी पार्टियां दे नाल रल के ये आवाज़ बुलंद करो। ये प्रैशर जिहड़ा सारियां पार्टियां पाणगियां, पंजाब दियां, हरियाणे दियां, वैस्टर्न यूपीआं ते बाकी दे सूबियां दियां भी। ते मैनूं ये पूर्ण विश्वास है कि जिहड़ी बीजेपी की गवर्नमेंट है इहदे तो अपने पैर पिछां खिच सकदी है। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਦੇ ਉੱਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੇ ਦਿਨ ਰਾਤ ਦੇ ਮੋਰਚੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ।
ਇੱਥੇ 20 ਸਤੰਬਰ ਤੱਕ ਦਿਨ ਰਾਤ ਦੇ ਮੋਰਚੇ ਚੱਲਣੇ ਨੇ। ਕਿਸਾਨ ਆਗੂਆਂ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ ਹੈ। ਇਹਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਵੀ ਦੱਸਿਆ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ। MSP खत्म हो, बिहार चाहता है MSP लगे जिथे कि सारा घाटे का सौदा है। आप चीफ मिनिस्टर नीतीश भी मानता है, लालू प्रसाद भी मानता है भी असी घाटे का सौदा कर बैठे हाँ, सानू MSP लागू साडे कराओ। पर यह सरकार किसी की नहीं सुन रही। अडानी ते अंबानी दे विच एग्रो बिजनेस है, एक एग्रो बिजनेस कहा जाता है इस चीज़ नूं। उहदे विच हुण ये बड़े बंदे बड़े मगरमच्छ आ रहे ने और सारा कब्जा करने की कोशिश कर रहे हैं, क्योंकि किसान दी ज़मीनां 70% मैंने पता, मैं वकील हाँ, 70% ज़मीनां कर्जे थेटा ने और उन्होंने कोई फर्क नहीं पैना जो तुहाड़ियां ज़मीनां लैणगे या तुहाड़ा सारा कुछ करनगे। ये दिन दूर नहीं जे तुसीं अज जागे ही नहीं। ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਸਭਨਾ ਸਿਆਸੀ ਧਿਰਾਂ ਅਤੇ ਕਿਸਾਨ ਧਿਰਾਂ ਨੂੰ ਇਕਸੁਰ ਹੋ ਕੇ ਸੰਘਰਸ਼ ਲੜਨ ਦਾ ਸੱਦਾ ਦਿੱਤਾ ਹੈ। ਉੱਥੇ ਗਾਇਕ ਪੰਮੀ ਬਾਈ ਨੇ ਰਾਜਪੁਰਾ ਦੀ GT ਰੋਡ ਉੱਤੇ ਧਰਨੇ ਵਿੱਚ ਪੁੱਜ ਕੇ ਖੇਤੀ ਆਰਡੀਨੈਂਸਾਂ ਦੇ ਮਾਮਲੇ ਉੱਤੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਅਤੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਧਰ ਹਰੀਕੇ ਹੈੱਡ ਉੱਤੇ ਕੌਮੀ ਸ਼ਾਹ ਮਾਰਗ ਦੇ ਉੱਤੇ ਧਰਨਾ ਦੇਣ ਵਾਲੇ 125 ਤੋਂ ਵੱਧ ਕਿਸਾਨਾਂ ਖਿਲਾਫ ਥਾਣਾ ਮੱਖੂ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਹ ਪਰਚਾ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਅਤੇ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਪੁਲ ਜਾਮ ਕਰਨ ਦਾ ਸਾਡਾ ਸ਼ੌਂਕ ਨਹੀਂਗਾ, ਸਰਕਾਰ ਨੇ ਮਜਬੂਰ ਕੀਤਾ। ਸਾਡੀ ਜਥੇਬੰਦੀ 3 ਪੁਲ ਹਰੀਕਾ ਪੱਤਣ, ਬਿਆਸ ਤੇ ਹਰਗੋਬਿੰਦਪੁਰ ਦਾ ਪੁਲ ਜਾਮ ਕਰ ਰਹੀ ਆ। ਇਹ ਤੋਂ ਗਾਹਾਂ 2 ਦਿਨ ਪੰਜਾਬ ਦੇ ਵਿੱਚ ਵੱਡੇ ਅੰਦੋਲਨ ਹੋ ਰਹੇ ਆ। ਅੱਜ ਤੇ ਕੱਲ ਅਸੀਂ ਦੋਵੇਂ ਦਿਨ ਸਾਂਝੇ ਸੰਘਰਸ਼ਾਂ ਨੂੰ ਸਮਰਪਿਤ ਕਰਦੇ ਹਾਂ। ਦੇਸ਼ ਲੈਵਲ ਤੇ ਵੀ ਵੱਡਾ ਅੰਦੋਲਨ ਚੱਲ ਰਿਹਾ। ਦੇਸ਼ ਲੈਵਲ ਦੇ ਅੰਦੋਲਨ ਨੂੰ ਵੀ ਸਾਂਝਾ ਸੰਘਰਸ਼ ਮੰਨਦੇ ਹੋਏ ਸਾਂਝੀਆਂ ਤਾਲਮੇਲ ਦੀਆਂ ਸਰਗਰਮੀਆਂ ਕਰ ਰਹੇ ਹਾਂ। ਇਹ ਤੋਂ ਗਾਹਾਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਉਹ ਪੂਰੇ ਭਾਰਤ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ, ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਖੇਤੀ ਆਰਡੀਨੈਂਸ ਨਾ ਲਿਆ ਕੇ ਇਹਨਾਂ ਨੂੰ ਰੱਦ ਕਰੇ ਤੇ ਦੇਸ਼ ਦੀ ਤੇ ਪੰਜਾਬ ਦੀ ਖੇਤੀ ਨੂੰ ਨਾ ਉਜਾੜੇ। ਇਹ ਸਾਡੀ ਮੰਗ ਹੈ। ਦਰਅਸਲ ਲੋਕ ਸਭਾ ਦੇ ਵਿੱਚ ਕਿਸਾਨਾਂ ਅਤੇ ਮੰਡੀਆਂ ਦੇ ਨਾਲ ਸੰਬੰਧਿਤ 5 ਜੂਨ ਨੂੰ ਐਲਾਨੇ ਗਏ 3 ਆਰਡੀਨੈਂਸ ਪੇਸ਼ ਕਰਨ ਤੋਂ ਬਾਅਦ ਕੁਝ ਵਿਰੋਧੀ ਪਾਰਟੀਆਂ ਦੇ ਪ੍ਰਤੀਨਿਧਾਂ ਨੇ ਜਿਸ ਤਰ੍ਹਾਂ ਇਹਨਾਂ ਵਿਰੁੱਧ ਆਵਾਜ਼ ਚੁੱਕੀ, ਜਿਸ ਤਰ੍ਹਾਂ ਦੀ ਆਲੋਚਨਾ ਕੀਤੀ, ਉਸ ਨਾਲ ਪਹਿਲਾਂ ਤੋਂ ਹੀ ਭਖਿਆ ਹੋਇਆ ਇਹ ਮਸਲਾ ਹੋਰ ਵੀ ਭਖ ਗਿਆ ਜਾਪਦਾ ਹੈ। ਜੂਨ ਦੇ ਮਹੀਨੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਦੋਂ ਇਹ ਆਰਡੀਨੈਂਸ ਜਾਰੀ ਕੀਤੇ ਗਏ ਸਨ ਉਸ ਸਮੇਂ ਤੋਂ ਹੀ ਕਿਸਾਨ ਵਰਗ ਦੇ ਵਿੱਚ ਵੱਡੀ ਹਲਚਲ ਸ਼ੁਰੂ ਹੋ ਗਈ ਸੀ। ਇਹਨਾਂ ਆਰਡੀਨੈਂਸਾਂ ਦਾ ਆਧਾਰ ਚਿਰਾਂ ਪਹਿਲਾਂ ਬਣਾਈ ਗਈ ਸ਼ਾਂਤਾ ਕੁਮਾਰ ਕਮੇਟੀ ਦੇ ਸੁਝਾਵਾਂ ਨੂੰ ਬਣਾਇਆ ਗਿਆ ਹੈ। पूरा खुला दवांगे, जाके आपके कपड़े कुपड़े धो लो, तैयार हो जाओ। रेला रोकन ली, गड्डियां रोकन ली, जो स्नेहा आऊगा जेलों च जान ली, मोदी दी पार्लीमेंट नाल टक्कर मार ली, हर तरह का संघर्ष करांगे। पर खेती खेतर ਨੂੰ ਤਬਾਹ ਨਹੀਂ ਹੋਣ ਦੇਵਾਂਗੇ। ਕਿਸਾਨਾਂ ਨੂੰ ਖੁਦਕਸ਼ੀਆਂ ਤੋਂ ਬਚਾਵਾਂਗੇ। ਲੋਕਾਂ ਦੇ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਸਾਰੇ ਬਿਜਲੀ ਬੋਰਡਾਂ ਦਾ, ਸਾਡੀਆਂ ਮਤਲਬ ਜਿਹੜੀਆਂ ਜਨਤਕ ਥਾਵਾਂ ਸਨ, ਸਾਡੀਆਂ ਸ਼ਾਮਲਾਟਾਂ 'ਚ ਗ੍ਰਿਡ ਲੱਗੇ ਨੇ, ਉਹ ਅਡਾਨੀਆਂ ਬਾਨੀਆਂ ਨੂੰ ਨਹੀਂ ਖਿੱਦਣ ਦੇਵਾਂਗੇ। ਅਡਾਨੀਆਂ ਬਾਨੀਆਂ ਨੂੰ ਮੰਡੀ ਨਹੀਂ ਵੜਨ ਦੇਵਾਂਗੇ। ਪੰਜਾਬ ਦੀ ਧਰਤੀ ਦਾ ਕਿਸਾਨ ਲਲਕਾਰ ਕੇ ਕਹਿ ਰਿਹਾ ਹੈ ਇਹ ਕੌਮੀ ਪੱਧਰ ਦੀ ਆ। ਅੱਜ ਸਾਰੇ ਸੂਬਿਆਂ 'ਚ ਪ੍ਰੋਟੈਸਟ ਹੋ ਰਿਹਾ। ਇਹ ਅਸੀਂ ਬੰਦ ਤਾਂ ਕੀਤਾ ਵਾ ਕਿ ਜਿਹੜੇ ਮੋਦੀ ਸਰਕਾਰ ਨੇ 3 ਆਰਡੀਨੈਂਸ ਸਾਡੇ ਤੇ ਪੇਸ਼ ਕੀਤੇ ਆ ਉਹ ਬਹੁਤ ਘਾਤਕ ਵਾ। ਉਹਨਾਂ ਨਾਲ ਸਾਡੀ ਜ਼ਮੀਨ ਜਾਂਦੀ ਰਹਿਣੀ ਆ, ਉਹਦੇ ਨਾਲ ਸਾਡਾ ਬਿਜਲੀ ਬੋਰਡ ਟੁੱਟ ਜਾਣਾ, ਉਹਦੇ ਨਾਲ ਸਾਡਾ ਮਤਲਬ ਮੰਡੀਕਰਨ ਟੁੱਟ ਜਾਣਾ। ਇਸ ਕਰਕੇ ਸਾਡੀ ਬਰਬਾਦੀ ਆ। ਤਾਂ ਕਰਕੇ ਅਸੀਂ ਇਹ ਬੰਦ ਕੀਤਾ ਕਿ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਅਤੇ ਕੇਂਦਰੀ ਮੰਤਰੀ ਰਹੇ ਸ਼ਾਂਤਾ ਕੁਮਾਰ ਨੇ ਪੇਸ਼ ਆਪਣੀ ਇਸ ਰਿਪੋਰਟ ਦੇ ਵਿੱਚ ਮੁੱਖ ਤੌਰ ਤੇ ਮੰਡੀ ਪ੍ਰਬੰਧ ਨੂੰ ਖਤਮ ਕਰਨ ਅਤੇ ਸਰਕਾਰ ਨੂੰ ਖੇਤੀ ਉਪਜ ਦੀ ਖਰੀਦ ਤੋਂ ਬਾਹਰ ਆਉਣ ਦੇ ਸੁਝਾਅ ਦਿੱਤੇ ਸਨ। ਇਸ ਦੇ ਨਾਲ ਹੀ ਵਪਾਰੀਆਂ ਨੂੰ ਖੇਤੀ ਉਪਜ ਨੂੰ ਖਰੀਦਣ, ਸੰਭਾਲਣ ਅਤੇ ਅੱਗੋਂ ਵੰਡ ਕਰਨ ਲਈ ਪ੍ਰਬੰਧ ਕਰਨ ਦੀ ਇਜਾਜ਼ਤ ਦੇਣ ਦੀ ਸਿਫਾਰਿਸ਼ ਕੀਤੀ ਸੀ। ਪਰ ਸਾਲ 2015 ਦੇ ਵਿੱਚ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ
ਕਿਸਾਨ ਜਥੇਬੰਦੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਅਜਿਹੀਆਂ ਸਿਫਾਰਸ਼ਾਂ ਕਿਸਾਨਾਂ ਦੇ ਵੱਲੋਂ ਸਿੱਧਾ ਮੰਡੀ ਦੇ ਵਿੱਚ ਕਣਕ ਤੇ ਝੋਨੇ ਦੀ ਫਸਲ ਨਿਸ਼ਚਿਤ ਕੀਤੀਆਂ ਕੀਮਤਾਂ ਮੁਤਾਬਕ ਸਰਕਾਰ ਕੋਲ ਵੇਚਣ ਨੂੰ ਖਤਮ ਕਰਨ ਵਾਲੀਆਂ ਸਨ। ਜਿਹੜੇ ਸੈਂਟਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਆ ਉਹਦੇ ਸਬੰਧ ਵਿੱਚ ਅਸੀਂ 1-1.5 ਮਹੀਨੇ ਤੋਂ ਲੜਾਈ ਲੜਦੇ ਆ। 26 ਤਰੀਕ ਨੂੰ ਪਿਛਲੇ ਅਸੀਂ ਮੰਗ ਪੱਤਰ ਦਿੱਤਾ ਬੀਜੇਪੀ ਦੇ ਪ੍ਰਧਾਨ ਨੂੰ, ਕਿਸੇ ਨੇ ਗੱਲ ਨਹੀਂ ਕੀਤੀ। ਫਿਰ ਅਸੀਂ ਜੇਲ੍ਹ ਭਰੋ ਅੰਦੋਲਨ ਕੀਤਾ 10 ਤਰੀਕ ਨੂੰ, ਉਹਦੇ 'ਚ ਵੀ ਕੁਛ ਨਹੀਂ ਆ। ਹੁਣ ਹਾਰ ਕੇ ਅੱਜ 11 ਹਾਈਵੇ ਜਿਹੜੇ ਆ ਇਹ ਬੰਦ ਕੀਤੇ ਆ ਵੀ ਜਿੰਨਾ ਚਿਰ ਸੈਂਟਰ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ ਉਹਨਾਂ ਚਿਰ ਸੰਘਰਸ਼ ਇੱਦਾਂ ਜਾਰੀ ਰਹੂਗਾ। ਜਿਹੜੇ ਸਰਕਾਰਾਂ ਨੇ ਇਹ ਕਿਸਾਨ ਦੇ ਹੱਕ 'ਚ ਫੈਸਲਾ ਕਿਉਂ ਨਹੀਂ ਲੈਂਦੀਆਂ? ਕਦੀ ਨਹੀਂ ਫੈਸਲਾ ਕਦੀ ਸਰਕਾਰ ਨੇ ਹੱਕ 'ਚ ਨਹੀਂ ਲਿਆ। ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਸਰਕਾਰਾਂ ਬਣਾਉਂਦੇ ਆ ਦਿੱਲੀ ਬਹਿ ਕੇ, ਇਹ ਖੇਤਾਂ 'ਚ ਨਹੀਂ ਜਾਂਦੇ। ਜੇ ਖੇਤਾਂ ਜਾਣ ਪਿੰਡਾਂ 'ਚ ਜਾਣ ਜ਼ਿਮੀਂਦਾਰਾਂ ਦੀ ਹਾਲਤ ਵੇਖਣ ਵੀ ਜ਼ਿਮੀਂਦਾਰਾਂ ਦੀ ਹਾਲਤ ਕੀ ਆ ਤੇ ਫਿਰ ਇਹਨਾਂ ਨੂੰ ਪਤਾ ਲੱਗੇ। ਆਪਾਂ ਤੇ ਇੱਥੇ ਬੈਠੇ ਆ ਏਸੀ 'ਚ ਬਹਿ ਕੇ, ਉੱਥੇ ਬੈਠੇ ਨੇ ਲੋਕ ਸੁੱਖ 'ਚ ਆ। ਲੋਕ ਸੁੱਖ 'ਚ ਨਹੀਂ, ਦੁਨੀਆ ਇਹ ਗੱਲ ਆ ਇਹ ਆਰਡੀਨੈਂਸ ਨਾ ਸਾਰੀ ਦੁਨੀਆ ਖਤਮ ਹੋ ਜਾਣੀ ਆ। ਜੇ ਮੰਨ ਲਓ ਸਰਕਾਰ ਤੁਹਾਡਾ ਕਹਿਣਾ ਨਹੀਂ ਮੰਨਦੀ, ਹੱਕ ਨਹੀਂ ਮੰਨਦੀ, ਆਰਡੀਨੈਂਸ ਵਾਪਸ ਨਹੀਂ ਲੈਂਦੀ, ਅਗਲਾ ਐਕਸ਼ਨ ਕੀ ਹੋਏਗਾ? ਅਗਲਾ ਐਕਸ਼ਨ ਜੀ ਸਾਨੂੰ ਹੁਣੇ ਹੀ ਮੈਸੇਜ ਆ ਗਿਆ, ਕੱਲ ਅਸੀਂ ਦਿੱਲੀ ਸ਼ਾਸਨ ਦਾ ਘਿਰਾਓ ਕਰਾਂਗੇ। ਅਗਲਾ ਐਕਸ਼ਨ ਸਾਡਾ ਦਿੱਲੀ ਦਾ ਜੀ। ਦੇਖੋ ਜੀ ਇਹ 3 ਜਿਹੜੇ ਆਰਡੀਨੈਂਸ ਹੈ ਇਹ ਕਿਸਾਨ ਵਿਰੋਧੀ ਆ। ਇਹਨਾਂ ਦੇ ਵਿੱਚ ਮੰਡੀਕਰਨ ਨੂੰ ਖਤਮ ਕਰਨਾ, ਬਿਜਲੀ ਬੋਰਡ ਪ੍ਰਾਈਵੇਟ ਕਰਨਾ ਤੇ ਨਿੱਜੀਕਰਨ ਦੇ ਵਿੱਚ ਬਹੁਤ ਜ਼ਿਆਦਾ ਤਵੱਜੋ ਦਿੱਤੀ ਗਈ ਸੈਂਟਰ ਸਰਕਾਰ ਵੱਲੋਂ। ਇਹਨਾਂ ਦੇ ਖਿਲਾਫ ਵੱਖਰੇ ਜਥੇਬੰਦੀਆਂ ਵੱਲੋਂ ਵੱਖਰੇ ਤਰੀਕੇ ਨਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਅਸੀਂ ਵੀ ਅੱਜ ਇੱਥੇ ਕੀਤਾ। ਜੇ ਸ਼ਾਮ ਤੱਕ ਮੋਦੀ ਕੁਝ ਹੱਲ ਕਰਦਾ ਨਹੀਂ ਕਰਦਾ ਤੇ ਜਿਹੜਾ ਇਹੋ ਕਾਫਲਾ ਅਸੀਂ ਦਿੱਲੀ ਨੂੰ ਲੈ ਜਾਵਾਂਗੇ। ਪਹਿਲਾਂ ਆਇਆ ਸੀਗਾ ਕਿ ਸੈਂਟਰ ਗਵਰਨਮੈਂਟ ਦੇ ਹਰ ਸਟੇਟ ਦੇ ਮੁੱਖ ਮੰਤਰੀ ਨੂੰ ਵਿੱਚ ਲਿਆ ਕੇ ਆਰਡੀਨੈਂਸ ਬਾਰੇ ਕਿਹਾ ਸੀਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਇਹ ਜਿਹੜੇ ਮੁੱਖ ਮੰਤਰੀ ਹੈ ਨਾ ਵੱਖਰੇ ਪੰਜਾਬ ਦੇ ਆ, ਉਹਨਾਂ ਨੂੰ ਕੀ ਪਤਾ ਕਿਸਾਨੀ ਕੀ ਆ। ਕਿਸਾਨੀ ਤੇ ਮਰ ਚੱਲੀ ਆ, ਕਿਸਾਨ ਕਰਜ਼ਾਈ ਰੋਜ਼ ਮੌਤਾਂ ਹੁੰਦੀਆਂ ਪਈਆਂ, ਉਹਨਾਂ ਨੂੰ ਕੀ ਫਰਕ ਪੈਂਦਾ? ਜੇ ਕਿਸਾਨ ਨਿੱਜੀਕਰਨ ਬਿਹਾਰ ਦੇ ਵਿੱਚ 2006 'ਚ ਮੰਡੀਕਰਨ ਖਤਮ ਹੋਇਆ, ਜਿੰਨੇ ਬਿਹਾਰੀ ਭਈਏ ਸਾਡੇ ਇੱਥੇ ਹੁੰਦੇ ਆ ਸਾਰੇ 4-5 ਕਿੱਲੇ ਜ਼ਮੀਨ ਦੇ ਮਾਲਕ ਆ, ਇੱਥੇ ਆ ਕੇ ਵਾਹੀ ਕਰਦੇ ਆ। ਅਸੀਂ ਕਿੱਥੇ ਜਾਵਾਂਗੇ? ਅਸੀਂ ਇਹ ਫੈਸਲਾ ਲਿਆ ਕਿ ਭੁੱਖੇ ਮਰਨਾ ਲੜ ਕੇ ਮਰਨਾ ਵਧੀਆ। ਲੋਕ ਸਭਾ ਦੇ ਚੱਲ ਰਹੇ ਮੌਨਸੂਨ ਇਜਲਾਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੱਖਾਂ ਹੀ ਉਹਨਾਂ ਕਿਸਾਨਾਂ ਦਾ ਜ਼ਿਕਰ ਕਰਦਿਆਂ ਸਪਸ਼ਟੀਕਰਨ ਦਿੱਤਾ ਕਿ ਛੋਟੇ ਕਿਸਾਨਾਂ ਕੋਲ ਉਤਪਾਦ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਉਹ ਘੱਟੋ-ਘੱਟ ਖਰੀਦ ਮੁੱਲ ਦਾ ਫਾਇਦਾ ਲੈ ਸਕਣ। ਕੇਂਦਰੀ ਖੇਤੀ ਮੰਤਰੀ ਦਾ ਇਹ ਬਿਆਨ ਸਮਝ ਤੋਂ ਪਰੇ ਹੈ। ਛੋਟੇ ਕਿਸਾਨਾਂ ਦਾ ਆਪਣੀ ਫਸਲ ਨੂੰ ਮੰਡੀ ਦੇ ਵਿੱਚ ਲਿਜਾਣ ਅਤੇ ਉਸ ਦੇ ਨਿਸ਼ਚਿਤ ਭਾਅ ਮਿਲਣ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਖੁੱਲ੍ਹੀ ਮੰਡੀ ਦੇ ਵਿੱਚ ਉਹਨਾਂ ਲਈ ਆਪਣੀ ਫਸਲ ਨੂੰ ਵੇਚਣ ਸੰਬੰਧੀ ਅਨਿਸ਼ਚਿਤਤਾ ਪੈਦਾ ਹੋ ਜਾਵੇਗੀ ਅਤੇ ਉਹ ਵੱਡੇ ਅਤੇ ਛੋਟੇ ਵਪਾਰੀਆਂ ਨਾਲ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਮਝੌਤੇ ਕਰਨ ਲਈ ਮਜਬੂਰ ਹੋ ਜਾਣਗੇ। ਅੱਜ ਖੇਤੀਬਾੜੀ ਦਾ ਧੰਦਾ ਹੀ ਅਜਿਹਾ ਹੈ ਜਿਸ ਨਾਲ ਕਰੋੜਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਮੌਜੂਦਾ ਮੰਡੀ ਢਾਂਚਾ ਟੁੱਟਣ ਨਾਲ ਖੇਤੀ ਨਾਲ ਜੁੜੇ ਹਰ ਤਰ੍ਹਾਂ ਦੇ ਧੰਦੇ ਅਤੇ ਰੁਜ਼ਗਾਰ ਦੇ ਚੌਪਟ ਹੋਣ ਦੀ ਸੰਭਾਵਨਾ ਬਣ ਜਾਵੇਗੀ। ਖੇਤੀ ਨਾਲ ਜੁੜੇ ਮਜ਼ਦੂਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ। ਇਸ ਨਾਲ ਜੁੜਿਆ ਵਪਾਰ ਵੀ ਖਿਲਰ ਜਾਵੇਗਾ। ਵੱਡੇ ਵਪਾਰੀ ਉਪਜ ਨੂੰ ਸਾਂਭਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਂਦੇ ਨੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਜੇਕਰ ਨਵੀਂ ਸਰਕਾਰੀ ਨੀਤੀ ਨਾਲ ਇਹ ਧੰਦਾ ਚੌਪਟ ਹੋ ਗਿਆ ਤਾਂ ਉਸ ਨੂੰ ਮੁੜ ਥਾਂ ਸਿਰ ਲਿਆਉਣਾ ਸੰਭਵ ਨਹੀਂ ਹੋਵੇਗਾ। ਇਹਨਾਂ ਆਰਡੀਨੈਂਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਉਹ ਵੱਡੀ ਮਾਯੂਸੀ, ਗੁੱਸੇ ਅਤੇ ਅਨਿਸ਼ਚਿਤਤਾ ਵਾਲਾ ਹੈ। ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਪਹਿਲਾਂ ਇਹਨਾਂ ਆਰਡੀਨੈਂਸਾਂ ਉੱਤੇ ਬੋਲਣ ਸੰਬੰਧੀ ਆਨਾਕਾਨੀ ਕਰ ਰਹੀਆਂ ਸਨ, ਉਹਨਾਂ ਨੂੰ ਵੀ ਹੁਣ ਇਹ ਮਹਿਸੂਸ ਹੋਣ ਲੱਗਾ ਹੈ ਕਿ ਇਹਨਾਂ ਨੂੰ ਹਾਲੇ ਹੋਰ ਪੱਖਾਂ ਤੋਂ ਖੋਗਿਆ ਜਾਣਾ ਜ਼ਰੂਰੀ ਹੈ। ਭਾਰਤ ਸਰਕਾਰ ਨੂੰ ਕਿਸਾਨੀ ਮਸਲੇ ਉੱਤੇ ਹਰ ਪੱਖ ਤੋਂ ਹੋਰ ਗੰਭੀਰ ਚਿੰਤਨ ਕੀਤੇ ਜਾਣ ਦੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਜਿਹੜੇ 3 ਖੇਤੀ ਆਰਡੀਨੈਂਸ ਤੇ ਬਿਜਲੀ ਬਿੱਲ 2019 ਹੈ, ਇਹ ਛੋਟੇ ਕਿਸਾਨ ਜਿਹੜੇ 0 ਤੋਂ ਲੈ ਕੇ 5 ਏਕੜ ਤੱਕ ਦੇ ਕਿਸਾਨ ਹੈ ਉਹਨਾਂ ਦੀ ਮੌਤ ਦੇ ਵਾਰੰਟ ਹੈ। ਅੱਜ ਜਿਹੜਾ ਪਾਰਲੀਮੈਂਟ ਸੈਸ਼ਨ ਦੇ ਵਿੱਚ ਮੌਤ ਦੇ ਵਾਰੰਟਾਂ ਤੇ ਸਾਈਨ ਹੋਣੇ ਆ, ਇਹ ਮੌਤ ਦੇ ਵਾਰੰਟ ਸਾਥੋਂ ਬਰਦਾਸ਼ਤ ਨਹੀਂ ਹੁੰਦੇ। ਅਸੀਂ ਕਰੋ ਜਾਂ ਮਰੋ ਦੀ ਲੜਾਈ ਦਾ ਅੱਜ ਐਲਾਨ ਕਰਨਾ ਹੈ ਕਿ ਜਿਹੜੇ MP ਉਹਦੇ ਹੱਕ ਦੇ ਵਿੱਚ ਵੋਟ ਪਾਉਣਗੇ। 191 MP ਇਹੋ ਜਿਹੇ ਆ ਜਿਨ੍ਹਾਂ ਦਾ ਪਿਛੋਕੜ ਉੱਥੇ ਲਿਖਾਇਆ ਹੋਇਆ ਕਿ ਮੈਂ ਕਿਸਾਨੀ ਕਿੱਤਾ ਕਰਦਾ ਹਾਂ, ਕਿਸਾਨੀ ਕਿੱਤਾ ਕਰਦਾ ਹਾਂ। ਅੱਜ ਜੇ ਕਿਸਾਨੀ ਕਿੱਤਾ ਕਰਨ ਵਾਲੇ ਇਹਦੇ ਹੱਕ ਦੇ ਵਿੱਚ ਵੋਟ ਪਾਉਣਗੇ ਆਰਡੀਨੈਂਸਾਂ ਦੇ, ਤਾਂ ਅਸੀਂ ਐਲਾਨ ਕਰਾਂਗੇ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣਨ ਦੇਊਗਾ। ਉਹ ਕੋਈ ਵੀ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਜਿਹੜਾ ਸੁਖਬੀਰ ਬਾਦਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੈ ਹੀ ਕਿਸਾਨਾਂ ਦਾ, ਅਗਰ ਅੱਜ ਉਹਦੇ MP ਜਾ ਕੇ ਇਹਦੇ ਹੱਕ 'ਚ ਵੋਟ ਪਾਉਂਦੇ ਆਰਡੀਨੈਂਸ ਦੇ ਵਿੱਚ, ਫਿਰ
ਫਿਰ ਅਸੀਂ ਦੇਖਾਂਗੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਹਦਾ ਹੈ। ਬੀਜੇਪੀ ਦੇ ਅਸੀਂ ਪੈਰ ਨਹੀਂ ਲੱਗਣ ਦੇਵਾਂਗੇ ਪੰਜਾਬ ਦੇ ਵਿੱਚ। ਇਹ ਕਿਉਂ ਕੇਂਦਰ ਸਰਕਾਰ ਕਹਿ ਲਈਏ ਚਾਹੇ ਪੰਜਾਬ ਸਰਕਾਰ ਕਹਿ ਲਈਏ, ਲਾਕਡਾਊਨ ਦੇ ਦੌਰਾਨ ਕਿਸਾਨਾਂ ਨੂੰ ਮੂੰਹ ਬੰਦ ਕਰਕੇ ਘਰਾਂ ਦੇ ਵਿੱਚ ਬੰਦ ਕਰਕੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਜੋ ਆਰਡੀਨੈਂਸ ਜਾਰੀ ਕੀਤਾ ਹੈ ਉਹਦਾ ਵਿਰੋਧ ਕਰਨ ਵਾਸਤੇ ਆਏ ਆ ਕਿ ਪੰਜਾਬ ਸੂਬਾ ਇੱਕ ਖੇਤੀ ਪ੍ਰਧਾਨ ਹੈਗਾ, ਜਿੱਥੇ ਅਨਾਜ ਦੀ ਪੈਦਾਵਾਰ ਵੱਧ ਹੈ, ਹੋਰ ਇੱਥੇ ਕੋਈ ਵੀ ਕਾਰੋਬਾਰ ਨਹੀਂ।